ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ ਚੌਥੇ ਅੰਗ ਅਰਥਬੋਧ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਅਰਥਬੋਧ। ਅਰਥਬੋਧ ਕੀ ਹੈ? ਸ਼ਬਦ ਭੰਡਾਰ ਨੂੰ ਅਮੀਰ ਬਣਾਉਣ ਲਈ ਸ਼ਬਦਾਂ ਦੇ ਅਰਥਾਂ ਦੇ ਆਧਾਰ 'ਤੇ ਵੀ ਕਈ ਸ਼ਬਦ ਬਣਾਏ ਜਾਂਦੇ ਹਨ, ਜਿਸ ਨਾਲ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਭਾਸ਼ਾ ਅਮੀਰ ਹੁੰਦੀ ਹੈ। ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਵਿਆਕਰਨ ਦੇ ਇਸ ਭਾਗ ਵਿੱਚ ਵਿਰੋਧੀ ਸ਼ਬਦਾਂ, ਸਮਾਨਾਰਥਕ ਸ਼ਬਦਾਂ, ਬਹੁਅਰਥਕ ਸ਼ਬਦਾਂ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਮੁੱਖ ਰੂਪ ਵਿੱਚ 4 ਆਧਾਰ ਮੰਨੇ ਗਏ ਹਨ। ਪਹਿਲਾ ਹੈ ਬਹੁਅਰਥਕ ਸ਼ਬਦ, ਦੂਸਰਾ ਹੈ ਸਮਾਨਾਰਥਕ ਸ਼ਬਦ, ਤੀਸਰਾ ਆਧਾਰ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਚੌਥਾ ਹੈ ਵਿਰੋਧਾਰਥਕ ਸ਼ਬਦ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਪਹਿਲਾ ਆਧਾਰ ਹੈ ਬਹੁਅਰਥਕ ਸ਼ਬਦ। ਬਹੁਅਰਥਕ ਸ਼ਬਦ ਕੀ ਹੁੰਦਾ ਹੈ? ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ, ਭਾਵ ਬਹੁਤੇ ਅਰਥ ਹੋਣ, ਜ਼ਿਆਦਾ ਅਰਥ ਹੋਣ। ਅਜਿਹੇ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ, ਪਰ ਅਰਥਾਂ ਵਿੱਚ ਬਹੁਤ ਫਰਕ ਹੁੰਦਾ ਹੈ। ਆਪਾਂ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਦੇਖਾਂਗੇ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਨਿਕਲਣ ਕਾਰਨ ਉਹਨਾਂ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਪਹਿਲਾ ਸ਼ਬਦ ਹੈ ਉੱਤਰ। ਉੱਤਰ ਸ਼ਬਦ ਦਾ ਪਹਿਲਾ ਅਰਥ ਹੈ ਦਿਸ਼ਾ। ਸਾਨੂੰ ਪਤਾ ਹੈ ਕਿ 4 ਦਿਸ਼ਾਵਾਂ ਹਨ: ਉੱਤਰ, ਦੱਖਣ, ਪੂਰਬ ਅਤੇ ਪੱਛਮ। ਉੱਤਰ ਸ਼ਬਦ ਇੱਕ ਦਿਸ਼ਾ ਦਾ ਨਾਂ ਹੈ ਤੇ ਸਾਡਾ ਪਹਿਲਾ ਵਾਕ ਹੈ ਸਾਡਾ ਘਰ ਉੱਤਰ ਦਿਸ਼ਾ ਵੱਲ ਹੈ। ਉੱਤਰ ਸ਼ਬਦ ਦਾ ਦੂਸਰਾ ਅਰਥ ਹੈ ਪ੍ਰਸ਼ਨ ਦੇ ਉਲਟ ਜਾਂ ਜਵਾਬ। ਵਾਕ ਹੈ ਹਰਬੀਰ ਨੇ ਸਾਰੇ ਸਵਾਲਾਂ ਦੇ ਉੱਤਰ ਠੀਕ ਲਿਖੇ। ਉੱਤਰ ਸ਼ਬਦ ਦਾ ਤੀਸਰਾ ਅਰਥ ਹੈ ਹੇਠਾਂ ਆਉਣਾ। ਵਾਕ ਹੈ ਉਹ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ। ਅਗਲਾ ਬਹੁਅਰਥਕ ਸ਼ਬਦ ਹੈ ਕੱਚਾ। ਕੱਚਾ ਸ਼ਬਦ ਦਾ ਪਹਿਲਾ ਅਰਥ ਹੈ ਪੱਕੇ ਦੇ ਉਲਟ, ਭਾਵ ਪੱਕਾ ਨਾ ਹੋਣਾ। ਵਾਕ ਹੈ ਸਾਰਾ ਪਰੌਂਠਾ ਕੱਚਾ ਹੈ, ਚੰਗੀ ਤਰ੍ਹਾਂ ਸੇਕ ਦਿਓ। ਕੱਚਾ ਸ਼ਬਦ ਦਾ ਦੂਸਰਾ ਅਰਥ ਹੈ ਝੂਠਾ ਪੈ ਜਾਣਾ। ਵਾਕ ਹੈ ਜਦੋਂ ਸਾਰਿਆਂ ਸਾਹਮਣੇ ਉਸ ਦਾ ਝੂਠ ਫੜਿਆ ਗਿਆ ਤਾਂ ਉਹ ਬਹੁਤ ਕੱਚਾ ਹੋਇਆ। ਕੱਚਾ ਸ਼ਬਦ ਦਾ ਤੀਸਰਾ ਅਰਥ ਹੈ ਬੇਸਮਝ। ਵਾਕ ਹੈ ਮੈਂ ਤੁਹਾਡੀਆਂ ਸਾਰੀਆਂ ਚਲਾਕੀਆਂ ਸਮਝ ਗਿਆ ਹਾਂ ਕਿਉਂਕਿ ਮੈਂ ਕੋਈ ਅਕਲ ਦਾ ਕੱਚਾ ਨਹੀਂ। ਅਗਲਾ ਬਹੁਅਰਥਕ ਸ਼ਬਦ ਹੈ ਸੰਗ। ਸੰਗ ਸ਼ਬਦ ਦਾ ਪਹਿਲਾ ਅਰਥ ਹੈ ਸਾਥ। ਵਾਕ ਹੈ ਸਾਨੂੰ ਹਮੇਸ਼ਾ ਚੰਗੇ ਦੋਸਤਾਂ ਦਾ ਸੰਗ ਕਰਨਾ ਚਾਹੀਦਾ ਹੈ। ਸੰਗ ਸ਼ਬਦ ਦਾ ਦੂਸਰਾ ਅਰਥ ਹੈ ਸ਼ਰਮ। ਵਾਕ ਹੈ ਸੰਗ ਔਰਤ ਦਾ ਗਹਿਣਾ ਹੈ। ਸੰਗ ਸ਼ਬਦ ਦਾ ਤੀਸਰਾ ਅਰਥ ਹੈ ਨਾਲ। ਵਾਕ ਹੈ ਤੈਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ, ਮੈਂ ਹਮੇਸ਼ਾ ਤੇਰੇ ਸੰਗ ਹਾਂ। ਅਗਲਾ ਬਹੁਅਰਥਕ ਸ਼ਬਦ ਹੈ ਜੱਗ। ਜੱਗ ਸ਼ਬਦ ਦਾ ਪਹਿਲਾ ਅਰਥ ਹੈ ਦੁਨੀਆ, ਸੰਸਾਰ।
ਵਾਕ ਹੈ ਇਹ ਜੱਗ ਚੱਲਣਹਾਰ ਹੈ। ਜੱਗ ਸ਼ਬਦ ਦਾ ਦੂਸਰਾ ਅਰਥ ਹੈ ਲੰਗਰ। ਵਾਕ ਹੈ ਬਹੁਤ ਸਾਰੇ ਲੋਕ ਆਪਣੇ ਪੂਰਵਜਾਂ ਨੂੰ ਖੁਸ਼ ਕਰਨ ਲਈ ਜੱਗ ਲਾਉਂਦੇ ਹਨ। ਜੱਗ ਸ਼ਬਦ ਦਾ ਤੀਸਰਾ ਅਰਥ ਹੈ ਭਾਂਡਾ। ਜੱਗ ਪਾਣੀ ਦਾ ਭਰਿਆ ਹੋਇਆ ਹੈ। ਸਾਡੇ ਕੋਲ ਅਗਲਾ ਬਹੁਅਰਥਕ ਸ਼ਬਦ ਹੈ ਤਰ। ਤਰ ਸ਼ਬਦ ਦਾ ਪਹਿਲਾ ਅਰਥ ਹੈ ਪਾਣੀ ਵਿੱਚ ਤੈਰਨਾ। ਵਾਕ ਹੈ ਬੱਚੇ ਦਰਿਆ ਵਿੱਚ ਤਰ ਰਹੇ ਹਨ। ਤਰ ਸ਼ਬਦ ਦਾ ਦੂਸਰਾ ਅਰਥ ਹੈ ਪਾਣੀ ਨਾਲ ਗਿੱਲਾ ਕਰਨਾ। ਵਾਕ ਹੈ ਸਾਡੇ ਕੋਲ ਤਰ ਕੰਧ ਉੱਤੇ ਸੀਮਿੰਟ ਵੱਧ ਪਕੜ ਕਰਦਾ ਹੈ। ਤਰ ਸ਼ਬਦ ਦਾ ਤੀਸਰਾ ਅਰਥ ਹੈ ਫਲ। ਰੋਟੀ ਨਾਲ ਤਰ ਖਾਣੀ ਬਹੁਤ ਲਾਹੇਵੰਦ ਹੁੰਦੀ ਹੈ। ਅਗਲਾ ਬਹੁਅਰਥਕ ਸ਼ਬਦ ਹੈ ਦੌਰਾ। ਦੌਰਾ ਸ਼ਬਦ ਦਾ ਪਹਿਲਾ ਅਰਥ ਹੈ ਘੁੰਮਣਾ ਤੇ ਵਾਕ ਹੈ ਸਾਡੇ ਕੋਲ ਸਾਡੇ ਪਿੰਡ ਦੇ ਸਰਪੰਚ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਪੂਰੇ ਪਿੰਡ ਦਾ ਦੌਰਾ ਕੀਤਾ। ਦੌਰਾ ਸ਼ਬਦ ਦਾ ਦੂਸਰਾ ਅਰਥ ਹੈ ਬਿਮਾਰੀ। ਵਾਕ ਹੈ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਦੌਰਾ ਸ਼ਬਦ ਦਾ ਤੀਸਰਾ ਅਰਥ ਹੈ ਹਰਕਤ। ਵਾਕ ਹੈ ਸਾਡੇ ਸਰੀਰ ਵਿੱਚ ਖੂਨ ਦੌਰਾ ਕਰਦਾ ਹੈ। ਅਗਲਾ ਬਹੁਅਰਥਕ ਸ਼ਬਦ ਜੋ ਸਾਡੇ ਕੋਲ ਹੈ ਉਹ ਹੈ ਫੁੱਲ। ਫੁੱਲ ਸ਼ਬਦ ਦਾ ਪਹਿਲਾ ਅਰਥ ਹੈ ਫੁੱਲ ਬੂਟੇ। ਵਾਕ ਹੈ ਮੈਨੂੰ ਗੁਲਾਬ ਦੇ ਫੁੱਲ ਬਹੁਤ ਪਸੰਦ ਹਨ। ਫੁੱਲ ਸ਼ਬਦ ਦਾ ਦੂਸਰਾ ਅਰਥ ਹੈ ਖੁਸ਼ ਹੋਣਾ। ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਉਣ ਦੀ ਖਬਰ ਸੁਣ ਕੇ ਉਹ ਖੁਸ਼ੀ ਨਾਲ ਫੁੱਲ ਗਿਆ। ਫੁੱਲ ਸ਼ਬਦ ਦਾ ਤੀਸਰਾ ਅਰਥ ਹੈ ਅਸਥੀਆਂ। ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਂਦੇ ਹਨ। ਸਾਡਾ ਅਗਲਾ ਬਹੁਅਰਥਕ ਸ਼ਬਦ ਹੈ ਬੋਲੀ। ਬੋਲੀ ਸ਼ਬਦ ਦਾ ਪਹਿਲਾ ਅਰਥ ਹੈ ਭਾਸ਼ਾ। ਵਾਕ ਹੈ ਬੋਲੀ ਮਨੁੱਖੀ ਸੱਭਿਅਤਾ ਦਾ ਸਭ ਤੋਂ ਕੀਮਤੀ ਸਰਮਾਇਆ ਹੈ। ਬੋਲੀ ਸ਼ਬਦ ਦਾ ਦੂਸਰਾ ਅਰਥ ਹੈ ਮਿਹਣਾ ਤੇ ਵਾਕ ਹੈ ਸਾਨੂੰ ਕਦੇ ਵੈਰੀ ਦੁਸ਼ਮਣ ਨੂੰ ਵੀ ਬੋਲੀ ਨਹੀਂ ਮਾਰਨੀ ਚਾਹੀਦੀ। ਬੋਲੀ ਸ਼ਬਦ ਦਾ ਤੀਸਰਾ ਅਰਥ ਹੈ ਭੰਗੜੇ ਜਾਂ ਗਿੱਧੇ ਦਾ ਗੀਤ। ਵਾਕ ਹੈ ਜਦੋਂ ਭੰਗੜੇ ਜਾਂ ਗਿੱਧੇ ਵਿੱਚ ਬੋਲੀ ਪੈਂਦੀ ਹੈ ਤਾਂ ਹਰ ਇੱਕ ਦਾ ਨੱਚਣ ਨੂੰ ਜੀ ਕਰਦਾ ਹੈ। ਅਗਲਾ ਬਹੁਅਰਥਕ ਸ਼ਬਦ ਜੋ ਸਾਡੇ ਕੋਲ ਹੈ ਉਹ ਹੈ ਲੜ। ਲੜ ਸ਼ਬਦ ਦਾ ਪਹਿਲਾ ਅਰਥ ਹੈ ਲੜਾਈ। ਵਾਕ ਹੈ ਗਲੀ ਵਿੱਚ ਬੱਚੇ ਖੇਡਦੇ ਖੇਡਦੇ ਲੜ ਪਏ। ਲੜ ਸ਼ਬਦ ਦਾ ਦੂਸਰਾ ਅਰਥ ਹੈ ਚੁੰਨੀ ਦਾ ਪੱਲਾ। ਵਾਕ ਹੈ ਉਸਨੇ ਚੁੰਨੀ ਦੇ ਲੜ ਨਾਲ ਮੂੰਹ ਢੱਕਿਆ ਹੋਇਆ ਸੀ। ਲੜ ਸ਼ਬਦ ਦਾ ਤੀਸਰਾ ਅਰਥ ਹੈ ਰਿਸ਼ਤਾ ਜੋੜਨਾ। ਹਰ ਬਾਪ ਆਪਣੀ ਧੀ ਨੂੰ ਸੁਲਝੇ ਹੋਏ ਨੌਜਵਾਨ ਦੇ ਲੜ ਲਾਉਣਾ ਚਾਹੁੰਦਾ ਹੈ। ਅਗਲਾ ਬਹੁਅਰਥਕ ਸ਼ਬਦ ਹੈ ਸਾਡੇ ਕੋਲ ਵੱਟ। ਵੱਟ ਸ਼ਬਦ ਦਾ ਪਹਿਲਾ ਅਰਥ ਹੈ ਗਰਮੀ। ਅੱਜ ਬਹੁਤ ਵੱਟ ਹੈ। ਵੱਟ ਸ਼ਬਦ ਦਾ ਦੂਸਰਾ ਅਰਥ ਹੈ ਪੈਲੀ ਦੀ ਵੰਡ ਤੇ ਵਾਕ ਹੈ ਬਲਕਾਰ ਸਿੰਘ ਅਤੇ ਮਹਿੰਦਰ ਸਿੰਘ ਦੇ ਖੇਤ ਦੀ ਵੱਟ ਸਾਂਝੀ ਹੈ। ਵੱਟ ਸ਼ਬਦ ਦਾ ਤੀਸਰਾ ਅਰਥ ਹੈ ਤਿਉੜੀ। ਉਹ ਹਰ ਵੇਲੇ ਮੱਥੇ ਵੱਟ ਪਾਈ ਰੱਖਦਾ ਹੈ। ਅਗਲਾ ਬਹੁਅਰਥਕ ਸ਼ਬਦ ਹੈ ਵਾਹ। ਵਾਹ ਸ਼ਬਦ ਦਾ ਪਹਿਲਾ ਅਰਥ ਹੈ ਸ਼ਾਬਾਸ਼ੀ। ਵਾਕ ਹੈ ਵਾਹ ਤੂੰ ਤਾਂ ਕਮਾਲ ਕਰ ਦਿੱਤੀ। ਵਾਹ ਸ਼ਬਦ ਦਾ ਦੂਸਰਾ ਅਰਥ ਹੈ
ਜ਼ੋਰ। ਤੇ ਵਾਕ ਹੈ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ ਉਹ ਗੰਨੇ ਦੀ ਭਰੀ ਟਰਾਲੀ ਪੈਲੀ ਵਿੱਚੋਂ ਬਾਹਰ ਨਾ ਕੱਢ ਸਕੇ। ਵਾਹ ਸ਼ਬਦ ਦਾ ਤੀਸਰਾ ਅਰਥ ਹੈ ਵਾਹੁਣਾ। ਕਿਸਾਨ ਖੇਤਾਂ ਵਿੱਚ ਹੱਲ ਵਾਹ ਰਿਹਾ ਸੀ। ਅਗਲਾ ਬਹੁਅਰਥਕ ਸ਼ਬਦ ਜੋ ਸਾਡੇ ਕੋਲ ਹੈ ਉਹ ਹੈ ਵਾਰ। ਵਾਰ ਸ਼ਬਦ ਦਾ ਪਹਿਲਾ ਅਰਥ ਹੈ ਕੁਰਬਾਨ ਹੋਣਾ, ਸਦਕੇ ਜਾਣਾ। ਵਾਕ ਹੈ ਮਾਂ ਆਪਣੇ ਬੱਚਿਆਂ ਲਈ ਜਾਨ ਵਾਰ ਦਿੰਦੀ ਹੈ। ਵਾਰ ਸ਼ਬਦ ਦਾ ਦੂਸਰਾ ਅਰਥ ਹੈ ਜੋਸ਼ੀਲਾ ਗੀਤ। ਸਾਡੇ ਸਕੂਲ ਵਿੱਚ ਵਾਰ ਗਾਇਨ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਵਾਰ ਸ਼ਬਦ ਦਾ ਤੀਸਰਾ ਅਰਥ ਹੈ ਬਾਰ-ਬਾਰ। ਤੇ ਵਾਕ ਹੈ ਮੇਰੇ ਕਈ ਵਾਰ ਕਹਿਣ 'ਤੇ ਉਸਨੇ ਇਹ ਕੰਮ ਕੀਤਾ। ਸੋ ਇਹ ਸੀ ਬਹੁਅਰਥਕ ਸ਼ਬਦ, ਜਿਸ ਵਿੱਚ ਇੱਕ ਹੀ ਸ਼ਬਦ ਦੇ ਕਈ ਅਰਥ ਨਿਕਲਦੇ ਹਨ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਦੂਸਰਾ ਮੁੱਖ ਆਧਾਰ ਹੈ ਸਮਾਨਾਰਥਕ ਸ਼ਬਦ। ਸਮਾਨਾਰਥਕ ਸ਼ਬਦ ਕੀ ਹੁੰਦੇ ਹਨ? ਸਮਾਨ ਦਾ ਅਰਥ ਹੈ ਬਰਾਬਰ। ਹਰ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕੋ ਜਿਹੇ ਹੀ ਹੁੰਦੇ ਹਨ। ਅਜਿਹੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ। ਅਜਿਹੇ ਸ਼ਬਦਾਂ ਦੀ ਜਾਣਕਾਰੀ ਨਾਲ ਸਾਡੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਅਸੀਂ ਆਪਣੀ ਹਰ ਗੱਲ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਦੂਜਾ, ਇੱਕ ਹੀ ਅਰਥ ਲਈ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਸ਼ਬਦ ਵਰਤਣ ਨਾਲ ਪੜ੍ਹਨ ਵੇਲੇ ਅਕੇਵਾਂ ਨਹੀਂ ਹੁੰਦਾ। ਹੁਣ ਅਸੀਂ ਪੰਜਾਬੀ ਦੇ ਕੁਝ ਚੋਣਵੇਂ ਸਮਾਨਾਰਥਕ ਸ਼ਬਦਾਂ ਬਾਰੇ ਗੱਲ ਕਰਾਂਗੇ। ਪਹਿਲਾ ਸ਼ਬਦ ਹੈ ਬਹੁਤ। ਬਹੁਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਵਧੇਰੇ, ਚੋਖਾ, ਜ਼ਿਆਦਾ। ਅਗਲਾ ਸ਼ਬਦ ਹੈ ਔਰਤ। ਔਰਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਇਸਤਰੀ, ਨਾਰੀ, ਜਨਾਨੀ। ਅਗਲਾ ਸ਼ਬਦ ਹੈ ਉਸਤਤ। ਉਸਤਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਉਪਮਾ, ਪ੍ਰਸ਼ੰਸਾ, ਵਡਿਆਈ। ਸ਼ਬਦ ਹੈ ਉਜਾਲਾ। ਉਜਾਲਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਚਾਨਣ, ਪ੍ਰਕਾਸ਼, ਰੌਸ਼ਨੀ। ਸ਼ਬਦ ਹੈ ਸਾਡੇ ਕੋਲ ਤਕਦੀਰ। ਤਕਦੀਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਕਿਸਮਤ, ਭਾਗ, ਮੁਕੱਦਰ। ਸ਼ਬਦ ਹੈ ਅਕਲ। ਅਕਲ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮੱਤ, ਸਮਝ, ਸਿਆਣਪ। ਅਗਲਾ ਸ਼ਬਦ ਹੈ ਅਧਿਆਪਕ। ਅਧਿਆਪਕ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਉਸਤਾਦ, ਗੁਰੂ, ਸਿੱਖਿਅਕ। ਅਗਲਾ ਸ਼ਬਦ ਹੈ ਉਦਾਸ। ਉਦਾਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਪਰੇਸ਼ਾਨ, ਫਿਕਰਮੰਦ, ਨਿਰਾਸ਼। ਸ਼ਬਦ ਹੈ ਸਸਤਾ। ਸਸਤਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੁਵੱਲਾ, ਹੌਲਾ, ਆਮ। ਸ਼ਬਦ ਹੈ ਸੋਹਣਾ। ਸੋਹਣਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੁੰਦਰ, ਪਿਆਰਾ, ਮਨੋਹਰ। ਅਗਲਾ ਸ਼ਬਦ ਹੈ ਸਾਡੇ ਕੋਲ ਇਨਸਾਨ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਨੁੱਖ, ਬੰਦਾ, ਮਰਦ। ਸ਼ਬਦ ਹੈ ਅੱਡਰਾ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਵੱਖ, ਅਲੱਗ, ਜੁਦਾ। ਸ਼ਬਦ ਹੈ ਹੁਸ਼ਿਆਰ। ਹੁਸ਼ਿਆਰ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਸਾਵਧਾਨ, ਚੁਕੰਨਾ, ਚਲਾਕ। ਸ਼ਬਦ ਹੈ ਪਤਲਾ। ਇਸ ਸ਼ਬਦ ਦੇ
ਸਮਾਨਾਰਥਕ ਸ਼ਬਦ ਹਨ ਕਮਜ਼ੋਰ, ਮਾੜਾ, ਦੁਰਬਲ। ਸ਼ਬਦ ਹੈ ਮਦਦ। ਇਸ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਸਹਾਇਤਾ, ਹਮਾਇਤ, ਸਮਰਥਨ। ਅਗਲਾ ਸ਼ਬਦ ਹੈ ਨਿਰਮਲ। ਨਿਰਮਲ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸਾਫ, ਸ਼ੁੱਧ, ਸੁਥਰਾ। ਸ਼ਬਦ ਹੈ ਜਾਨ। ਜਾਨ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਜ਼ਿੰਦਗੀ, ਜੀਵਨ, ਪ੍ਰਾਣ। ਅਗਲਾ ਸ਼ਬਦ ਬਹਾਦਰ ਹੈ। ਬਹਾਦਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੂਰਮਾ, ਦਲੇਰ, ਬਲਵਾਨ। ਸ਼ਬਦ ਹੈ ਆਦਰ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਾਣ, ਇੱਜ਼ਤ, ਸਤਿਕਾਰ। ਸ਼ਬਦ ਹੈ ਦੋਸਤੀ। ਦੋਸਤੀ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਿੱਤਰਤਾ, ਯਾਰੀ, ਸੱਜਣਤਾ। ਇਸ ਤਰ੍ਹਾਂ ਸਮਾਨਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕੋ ਜਿਹੇ ਹੀ ਹੁੰਦੇ ਹਨ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਤੀਸਰਾ ਮੁੱਖ ਆਧਾਰ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕੀ ਹੈ? ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਬਹੁਤੇ ਸ਼ਬਦਾਂ ਦੀ ਜਗ੍ਹਾ 'ਤੇ ਇੱਕ ਸ਼ਬਦ ਲਿਖਣਾ। ਸਾਨੂੰ ਪਤਾ ਹੈ ਕਿ ਅੱਜ ਦੇ ਦੌਰ ਵਿੱਚ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਸਪਸ਼ਟ ਤੌਰ 'ਤੇ ਕਹਿ ਸਕੇ। ਇਸ ਕਰਕੇ ਮਨੁੱਖ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕਿਵੇਂ ਹੁੰਦੀ ਹੈ, ਇਸ ਦੀਆਂ ਕੁਝ ਚੋਣਵੀਆਂ ਉਦਾਹਰਨਾਂ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾ ਹੈ ਬਹੁਤੇ ਸ਼ਬਦ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਅਰੁੱਕ ਕੀਤਾ ਜਾਵੇ। ਅਖੰਡ ਪਾਠ। ਬਹੁਤੇ ਸ਼ਬਦਾਂ ਤੋਂ ਇੱਕ ਸ਼ਬਦ ਬਣ ਗਿਆ ਅਖੰਡ ਪਾਠ। ਦੂਸਰਾ ਹੈ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ। ਸ਼ਾਮਲਾਟ। ਅਗਲਾ ਹੈ ਜੋ ਕਦੇ ਨਾ ਥੱਕੇ। ਅਣਥੱਕ। ਜਿਹੜੀ ਗੱਲ ਬਹੁਤ ਵਧਾ ਚੜ੍ਹਾ ਕੇ ਆਖੀ ਜਾਵੇ। ਅਤ ਕਥਨੀ। ਸਾਰਿਆਂ ਦੀ ਸਾਂਝੀ ਮਿਲਵੀਂ ਰਾਏ। ਸਰਬਸੰਮਤੀ। ਆਪਣੇ ਜੀਵਨ ਦਾ ਹਾਲ। ਸਵੈ ਜੀਵਨੀ। ਸਾਨੂੰ ਪਤਾ ਹੈ ਕਿ ਜੋ ਲਿਖਤ ਕਿਸੇ ਮਹਾਨ ਪੁਰਖ ਬਾਰੇ ਕਿਸੇ ਦੁਆਰਾ ਲਿਖੀ ਜਾਵੇ ਉਸ ਨੂੰ ਜੀਵਨੀ ਕਹਿੰਦੇ ਹਨ, ਅਤੇ ਜੋ ਆਪਣੇ ਬਾਰੇ ਆਪ ਲਿਖੀ ਗਈ ਹੋਵੇ ਉਸ ਲਿਖਤ ਨੂੰ ਸਵੈ ਜੀਵਨੀ ਕਹਿੰਦੇ ਹਨ। ਸੋ ਆਪਣੇ ਜੀਵਨ ਦਾ ਹਾਲ ਸਵੈ ਜੀਵਨੀ। ਅਗਲਾ ਹੈ ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਕੁਰਬਾਨ ਕਰ ਦੇਣ ਵਾਲਾ ਸ਼ਹੀਦ। ਦੂਜਿਆਂ ਦਾ ਉਪਕਾਰ ਕਰਨ ਵਾਲਾ ਪਰਉਪਕਾਰੀ। ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ। ਨਿਰਪੱਖ। ਜੋ ਆਮ ਜਿਹਾ ਨਾ ਹੋਵੇ, ਖਾਸ ਹੋਵੇ, ਵਿਲੱਖਣ। ਆਗਿਆ ਦਾ ਪਾਲਣ ਕਰਨ ਵਾਲਾ ਆਗਿਆਕਾਰੀ। ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ। ਅਖਾੜਾ। ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ। ਕੁਆਰਾ ਜਾਂ ਕੁਆਰੀ। ਮੁੰਡਾ ਹੈ ਤਾਂ ਕੁਆਰਾ, ਅਤੇ ਜੇਕਰ ਕੁੜੀ ਹੈ ਤਾਂ ਕੁਆਰੀ। ਅਗਲਾ ਹੈ ਆਪਣੀ ਮਰਜ਼ੀ ਕਰਨ ਵਾਲਾ। ਆਪ ਹੁਦਰਾ। ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ। ਤ੍ਰਿੰਜਣ। ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ। ਸਰਬ ਸ਼ਕਤੀਮਾਨ। ਜਿਸ ਨੂੰ ਸਾਰੇ ਪਿਆਰ ਕਰਨ। ਹਰਮਨ ਪਿਆਰਾ। ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ। ਖੋਜੀ। ਜੋ ਆਪ ਨਾਲ ਬੀਤੀ ਹੋਵੇ। ਹੱਡ ਬੀਤੀ। ਸਾਨੂੰ ਪਤਾ ਹੈ ਕਿ ਜੋ ਗੱਲ ਜੱਗ ਨਾਲ ਬੀਤੀ ਹੋਵੇ ਉਸ ਨੂੰ ਜੱਗ ਬੀਤੀ ਕਹਿੰਦੇ ਹਨ,
ਅਤੇ ਜੋ ਆਪਣੇ ਹੱਡਾਂ ਨਾਲ ਵਾਪਰੀ ਹੋਵੇ ਉਸ ਨੂੰ ਆਪ ਬੀਤੀ ਜਾਂ ਹੱਡ ਬੀਤੀ ਕਹਿੰਦੇ ਹਨ। ਅਗਲਾ ਹੈ ਪੰਜਾਬ ਦਾ ਵਸਨੀਕ ਪੰਜਾਬੀ। ਇਸ ਤਰ੍ਹਾਂ ਬਹੁਤੇ ਸ਼ਬਦਾਂ ਨੂੰ ਸੰਖੇਪ ਕਰਕੇ ਇੱਕ ਸ਼ਬਦ ਵਿੱਚ ਆਪਣੀ ਗੱਲ ਕਹਿਣ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਿਹਾ ਜਾਂਦਾ ਹੈ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਚੌਥਾ ਮੁੱਖ ਆਧਾਰ ਹੈ ਵਿਰੋਧਾਰਥਕ ਸ਼ਬਦ। ਵਿਰੋਧਾਰਥਕ ਸ਼ਬਦ ਕੀ ਹੈ? ਵਿਰੋਧੀ ਦਾ ਅਰਥ ਹੈ ਉਲਟਾ। ਅਸੀਂ ਆਮ ਗੱਲਬਾਤ ਕਰਨ ਸਮੇਂ ਜਾਂ ਲਿਖਣ ਸਮੇਂ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜੋ ਇੱਕ ਦੂਸਰੇ ਦੇ ਉਲਟ ਅਰਥਾਂ ਨੂੰ ਪ੍ਰਗਟ ਕਰਦੇ ਹਨ। ਇਸ ਨੂੰ ਅਸੀਂ ਵਿਰੋਧਾਰਥਕ ਸ਼ਬਦ ਕਹਿੰਦੇ ਹਾਂ। ਇਸ ਤਰ੍ਹਾਂ ਵਿਰੋਧਾਰਥਕ ਸ਼ਬਦਾਂ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਜਿਹੜੇ ਸ਼ਬਦ ਇੱਕ ਦੂਸਰੇ ਤੋਂ ਵਿਰੋਧੀ ਜਾਂ ਉਲਟ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਵਿਰੋਧਾਰਥਕ ਸ਼ਬਦ ਕਹਿੰਦੇ ਹਨ। ਹੁਣ ਅਸੀਂ ਕੁਝ ਸ਼ਬਦਾਂ ਦੇ ਵਿਰੋਧੀ ਸ਼ਬਦ ਦੇਖਾਂਗੇ। ਸਸਤਾ ਦਾ ਵਿਰੋਧੀ ਸ਼ਬਦ ਮਹਿੰਗਾ। ਅਸਲੀ ਦਾ ਵਿਰੋਧੀ ਸ਼ਬਦ ਨਕਲੀ। ਸੱਚ ਦਾ ਵਿਰੋਧੀ ਸ਼ਬਦ ਝੂਠ। ਗੁਣ ਸ਼ਬਦ ਦਾ ਵਿਰੋਧੀ ਸ਼ਬਦ ਔਗੁਣ। ਖਾਲੀ ਤੋਂ ਭਰਿਆ। ਪਾਪ ਤੋਂ ਪੁੰਨ। ਪਾਸ ਤੋਂ ਫੇਲ। ਛੋਟਾ ਤੋਂ ਵੱਡਾ। ਦੂਰ ਤੋਂ ਨੇੜੇ। ਸ਼ਬਦ ਹੈ ਜਨਮ ਤੇ ਵਿਰੋਧੀ ਸ਼ਬਦ ਬਣ ਗਿਆ ਮੌਤ। ਸ਼ੁੱਧ ਤੋਂ ਅਸ਼ੁੱਧ। ਨਵਾਂ ਤੋਂ ਪੁਰਾਣਾ। ਸ਼ਬਦ ਹੈ ਗੁਰੂ ਤੇ ਵਿਰੋਧੀ ਸ਼ਬਦ ਬਣ ਗਿਆ ਚੇਲਾ। ਸ਼ਬਦ ਹੈ ਜਿੱਤ। ਵਿਰੋਧੀ ਸ਼ਬਦ ਹਾਰ ਬਣ ਗਿਆ। ਵਧੀਆ ਤੋਂ ਘਟੀਆ। ਚੰਗਿਆਈ ਤੋਂ ਬੁਰਿਆਈ। ਕੌੜਾ ਤੋਂ ਮਿੱਠਾ। ਉਲਟਾ ਤੋਂ ਸਿੱਧਾ। ਠੀਕ ਦਾ ਵਿਰੋਧੀ ਸ਼ਬਦ ਹੈ ਗਲਤ। ਭੁੱਖਾ ਤੋਂ ਰੱਜਿਆ। ਬਰੀਕ ਤੋਂ ਮੋਟਾ। ਭਾਰਾ ਸ਼ਬਦ ਤੋਂ ਬਣ ਗਿਆ ਵਿਰੋਧੀ ਸ਼ਬਦ ਹੌਲਾ। ਇਸ ਤਰ੍ਹਾਂ ਵਿਰੋਧੀ ਸ਼ਬਦ ਉਲਟ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ। ਹੁਣ ਅਸੀਂ ਅਰਥ ਬੋਧ ਬਾਰੇ ਅਭਿਆਸੀ ਤੌਰ 'ਤੇ ਕੁਝ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ ਅਰਥ ਬੋਧ ਤੋਂ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਅਰਥ ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਅਗਲਾ ਪ੍ਰਸ਼ਨ ਹੈ ਬਹੁ ਅਰਥਕ ਸ਼ਬਦ ਕਿਸ ਨੂੰ ਆਖਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਬਹੁ ਅਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਅਰਥ ਹੁੰਦੇ ਹਨ। ਅਗਲਾ ਪ੍ਰਸ਼ਨ ਹੈ ਸਮਾਨਾਰਥਕ ਸ਼ਬਦ ਕਿਸ ਨੂੰ ਆਖਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ ਉਹ ਸਮਾਨਾਰਥਕ ਸ਼ਬਦ ਅਖਵਾਉਂਦੇ ਹਨ। ਅਗਲਾ ਪ੍ਰਸ਼ਨ ਹੈ ਸਤਿਕਾਰ ਸ਼ਬਦ ਦੇ 4 ਸਮਾਨਾਰਥਕ ਸ਼ਬਦ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਇੱਜ਼ਤ, ਮਾਣ, ਆਦਰ, ਵਡਿਆਈ। ਅਗਲਾ ਪ੍ਰਸ਼ਨ ਹੈ ਵਿਰੋਧਾਰਥਕ ਸ਼ਬਦ ਕਿਸ ਨੂੰ ਆਖਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਕਿਸੇ ਸ਼ਬਦ ਦੇ ਵਿਰੋਧੀ ਭਾਵਾਂ ਜਾਂ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਹਾਜ਼ਰ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਹਾਜ਼ਰ ਸ਼ਬਦ ਦਾ ਵਿਰੋਧੀ ਸ਼ਬਦ ਗੈਰ ਹਾਜ਼ਰ ਹੈ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਾਕਾਂ ਦੀ ਥਾਂ ਢੁਕਵਾਂ ਇੱਕ ਇੱਕ ਸ਼ਬਦ ਲਿਖੋ।
ਇੱਥੇ ਸਾਨੂੰ ਬਹੁਤੇ ਸ਼ਬਦ ਦਿੱਤੇ ਹੋਏ ਹਨ। ਅਸੀਂ ਇਹਨਾਂ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਲਿਖਣਾ ਹੈ। ਜਿਵੇਂ ਪਹਿਲਾ ਹੈ ਆਪਣੇ ਜੀਵਨ ਦਾ ਹਾਲ, ਸਵੈ ਜੀਵਨੀ, ਕੰਮ ਤੋਂ ਜੀ ਚੁਰਾਉਣ ਵਾਲਾ, ਕੰਮਚੋਰ, ਜਿਹੜਾ ਪ੍ਰਮਾਤਮਾ ਨੂੰ ਮੰਨੇ, ਆਸਤਕ, ਜੋ ਦੂਸਰਿਆਂ ਦਾ ਭਲਾ ਕਰੇ, ਪਰਉਪਕਾਰੀ, ਜਿਸ ਨੂੰ ਸਾਰੇ ਪਿਆਰ ਕਰਨ, ਹਰਮਨ ਪਿਆਰਾ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਮਾਨਾਰਥਕ ਸ਼ਬਦਾਂ ਦੇ ਗੁੱਟ ਬਣਾਓ। ਸ਼ਬਦ ਹਨ ਉਪਕਾਰ, ਅਸਮਾਨ, ਇਸਤਰੀ, ਜ਼ਮੀਨ, ਭਲਾਈ, ਆਕਾਸ਼, ਕਮਜ਼ੋਰ, ਔਰਤ, ਧਰਤੀ, ਨਿਰਬਲ। ਉਪਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਭਲਾਈ। ਅਸਮਾਨ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਆਕਾਸ਼। ਇਸਤਰੀ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਔਰਤ। ਜ਼ਮੀਨ ਸ਼ਬਦ ਦਾ ਧਰਤੀ। ਕਮਜ਼ੋਰ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਨਿਰਬਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਦੇ ਚੌਥੇ ਅੰਗ ਅਰਥ ਬੋਧ ਅਧੀਨ ਆਉਂਦੇ ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।